ਹੈਲੋ ਸਟੂਡੈਂਟਸ। ਤਾਂ ਅੱਜ ਆਪਾਂ ਸੀ ਦੇ ਬੇਸਿਕਸ ਟੌਪਿਕਸ ਕਰਨ ਜਾ ਰਹੇ ਹਾਂ, ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਹੈ ਕੌਨਸਟੈਂਟ, ਕਿ ਕੌਨਸਟੈਂਟ ਕੀ ਹੁੰਦਾ ਗਾ। ਤਾਂ ਕੌਨਸਟੈਂਟ ਇਜ਼ ਅ ਫਿਕਸਡ ਵੈਲਿਊ that do not change, ਇੱਕ ਫਿਕਸ ਵੈਲਿਊ ਜਿਹੜੀ ਕਿ ਚੇਂਜ ਨਹੀਂ ਹੁੰਦੀ ਡਿਊਰਿੰਗ ਦਾ ਪ੍ਰੋਗਰਾਮ ਐਗਜ਼ੀਕਿਊਸ਼ਨ ਦੇ ਦੌਰਾਨ ਚੇਂਜ ਨਹੀਂ ਹੁੰਦੀ, ਉਸ ਵੈਲਿਊ ਨੂੰ ਅਸੀਂ ਕੌਨਸਟੈਂਟ ਬੋਲਦੇ ਹਾਂ। ਜਿਵੇਂ ਕਿ 15 ਹੀ ਰਹੂਗਾ, ਇਸ ਦੀ ਵੈਲਿਊ ਕਦੇ ਵੀ ਚੇਂਜ ਨਹੀਂ ਹੋ ਰਹੀ। ਇੱਦਾਂ -6 ਕੌਨਸਟੈਂਟ ਹੈ। ਕੌਨਸਟੈਂਟ ਨੂੰ ਲਿਟਰਲ ਵੀ ਬੋਲਿਆ ਜਾਂਦਾ। ਕੌਨਸਟੈਂਟਸ ਆਰ ਆਲਸੋ ਕਾਲਡ ਲਿਟਰਲ। ਅਲੱਗ-ਅਲੱਗ ਤਰ੍ਹਾਂ ਦੇ ਕੌਨਸਟੈਂਟ ਹੁੰਦੇ ਨੇ, ਇੰਟੀਜ਼ਰ, ਰੀਅਲ, ਕਰੈਕਟਰ, ਸਟ੍ਰਿੰਗ। ਸਭ ਤੋਂ ਪਹਿਲਾਂ ਇੰਟੀਜ਼ਰ ਕੌਨਸਟੈਂਟ ਉਹ ਜਿਹੜੇ ਇੱਕ ਨੰਬਰ ਨੇ ਬਿਨਾਂ ਡੈਸੀਮਲਸ ਤੋਂ, ਜਿਵੇਂ 15 -6 ਪੋਜ਼ੀਟਿਵ ਨੈਗੇਟਿਵ ਨੰਬਰ ਅਲਾਉਡ ਨੇ। ਰੀਅਲ ਮਤਲਬ ਪੁਆਇੰਟਾਂ ਵਾਲੇ ਨੰਬਰ, ਜਿਵੇਂ 6.0 15.1। ਕਰੈਕਟਰ ਮੀਨਸ ਸਿੰਗਲ ਕੋਟੇਸ਼ਨਸ ਦੇ ਵਿੱਚ ਸਿੰਗਲ ਵੈਲਿਊ ਨੂੰ ਅਸੀਂ ਕਰੈਕਟਰ ਬੋਲਦੇ ਹਾਂ। ਜਿੱਦਾਂ ਸਿੰਗਲ ਕੋਟੇਸ਼ਨਸ ਦੇ ਵਿੱਚ ਕੋਈ ਅਲਫਾਬੈਟ, ਸਿੰਗਲ ਕੋਟੇਸ਼ਨਸ ਦੇ ਵਿੱਚ ਕੋਈ ਨੰਬਰ, ਜਾਂ ਸਿੰਗਲ ਕੋਟੇਸ਼ਨਸ ਦੇ ਵਿੱਚ ਕੋਈ ਵੀ ਸਿੰਬਲ, ਬਟ ਉਹ ਸਿੰਗਲ ਕੋਟੇਸ਼ਨ ਦੇ ਵਿੱਚ ਸਿੰਗਲ ਵੈਲਿਊ ਹੋਣੀ ਚਾਹੀਦੀ ਹੈ। ਨੈਕਸਟ ਸਟ੍ਰਿੰਗ ਡਬਲ ਕੋਟੇਸ਼ਨਸ ਦੇ ਵਿੱਚ ਤੁਸੀਂ ਕੁਝ ਵੀ ਲਿਖ ਰਹੇ ਹੋ, ਉਸਨੂੰ ਅਸੀਂ ਸਟ੍ਰਿੰਗ ਬੋਲਦੇ ਹਾਂ। ਹਾਲਾਂਕਿ ਸਟ੍ਰਿੰਗ ਦੀ ਡੈਫੀਨੇਸ਼ਨ ਹੈ, ਸਟ੍ਰਿੰਗ ਇਜ਼ ਅ ਗਰੁੱਪ ਆਫ ਕਰੈਕਟਰਸ, ਜਿਹਦੇ ਕਿ ਅਲਫਾਬੈਟ, ਨੰਬਰ, ਸਿੰਬਲ ਸਭ ਕੁਝ ਅਲਾਉਡ ਹੈ ਸਟ੍ਰਿੰਗ ਦੇ ਵਿੱਚ। ਸਾਡਾ ਨੈਕਸਟ ਟੌਪਿਕ ਦੈਟ ਇਜ਼ ਵੇਰੀਏਬਲਸ। ਵੇਰੀਏਬਲਸ ਉਹ ਵੈਲਿਊ ਨੇ ਜਿਹੜੀ ਚੇਂਜ ਹੋ ਜਾਂਦੀ ਹੈ, ਦੈਟ ਚੇਂਜ ਇਟਸ ਵੈਲਿਊ ਡਿਊਰਿੰਗ ਪ੍ਰੋਗਰਾਮ ਐਗਜ਼ੀਕਿਊਸ਼ਨ। ਜਿਨ੍ਹਾਂ ਦੀ ਵੈਲਿਊ ਪ੍ਰੋਗਰਾਮ ਐਗਜ਼ੀਕਿਊਸ਼ਨ ਦੇ ਦੌਰਾਨ ਚੇਂਜ ਹੋ ਸਕਦੀ ਹੈ, ਉਸਨੂੰ ਅਸੀਂ ਵੇਰੀਏਬਲਸ ਬੋਲਦੇ ਹਾਂ। ਇਟਸ ਨੇਮਡ ਮੈਮਰੀ ਲੋਕੇਸ਼ਨ ਦੈਟ ਸਟੋਰ ਵੈਲਿਊ। ਇਹ ਇੱਕ ਮੈਮਰੀ ਲੋਕੇਸ਼ਨ ਦਾ ਨਾਮ ਹੁੰਦਾ, ਜਿੱਦਾਂ ਕਿ ਅਸੀਂ ਮੈਮਰੀ ਦੇ ਵਿੱਚ ਸਪੇਸ ਲਈ ਥੋੜ੍ਹੀ ਜਿਹੀ, ਜਿੱਥੇ ਅਸੀਂ ਕੋਈ ਨੰਬਰ ਸਟੋਰ ਕਰਵਾਉਣਾ ਚਾਹੁੰਦੇ ਹਾਂ, ਉਸਨੂੰ ਅਸੀਂ ਇੱਕ ਨਾਮ ਦੇ ਰਹੇ ਹਾਂ। ਤਾਂ ਇਹ ਜਿਹੜਾ ਅਸੀਂ ਨਾਮ ਦੇ ਰਹੇ ਹਾਂ ਦੈਟ ਇਜ਼ ਆਰ ਵੇਰੀਏਬਲ, ਉਸਨੂੰ ਅਸੀਂ ਸਾਡਾ ਵੇਰੀਏਬਲ ਬੋਲਾਂਗੇ, ਕਿਉਂਕਿ ਇੱਥੇ ਅਸੀਂ ਕੋਈ ਸਟੋਰ ਕਰਵਾ ਰਹੇ ਹਾਂ ਵੈਲਿਊ। ਸਪੋਜ਼ ਕਰੋ ਮੈਂ 5 ਸਟੋਰ ਕਰਵਾਇਆ, ਤਾਂ ਇਸ 5 ਸਟੋਰ ਕੀਤੀ ਹੋਈ ਵੈਲਿਊ ਨੂੰ ਮੈਂ ਇੱਕ ਨਾਮ ਦਿੱਤਾ। ਉਹ ਜਿਹੜਾ ਨਾਮ ਹੈ ਉਸਨੂੰ ਕੀ ਬੋਲਾਂਗੇ ਅਸੀਂ, ਸਾਡਾ ਵੇਰੀਏਬਲ। ਕਲੀਅਰ ਹੈ। ਤਾਂ ਇੱਕ ਟਾਈਮ ਮੈਂ ਵੇਰੀਏਬਲ ਐਕਸ ਦੇ ਵਿੱਚ ਵੈਲਿਊ 5 ਸਟੋਰ ਕਰਵਾਈ, ਹੋ ਸਕਦਾ ਉਸ ਤੋਂ ਬਾਅਦ ਪ੍ਰੋਗਰਾਮ ਥੋੜ੍ਹਾ ਬਹੁਤ ਚੇਂਜਸ ਕਰਕੇ ਜਾਂ ਨੈਕਸਟ ਸਟੇਟ ਦੇ ਵਿੱਚ ਮੈਂ ਵੈਲਿਊ 15 ਸਟੋਰ ਕਰਵਾ ਦਿਆਂ, ਤਾਂ ਵੈਲਿਊ ਆਪਣੇ ਆਪ ਚੇਂਜ ਹੋ ਗਈ। ਤਾਂ ਕਰਕੇ ਅਸੀਂ ਬੋਲ ਰਹੇ ਹਾਂ ਕਿ ਵੇਰੀਏਬਲਸ ਉਹ ਨੇ ਜਿਨ੍ਹਾਂ ਦੀ ਵੈਲਿਊ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਦੇ ਦੌਰਾਨ ਚੇਂਜ ਹੋ ਰਹੀ ਹੈ। ਹਾਂਜੀ ਬੇਟਾ, ਨੈਕਸਟ ਵੇਰੀਏਬਲ ਰੂਲਸ, ਕਿ ਵੇਰੀਏਬਲ ਦਾ ਨਾਮ ਰੱਖਣ ਲੱਗੇ ਤੁਸੀਂ ਕਿਹੜੇ ਰੂਲਸ ਫੋਲੋ ਕਰੋਗੇ। ਫਸਟ, ਵੇਰੀਏਬਲ ਨੇਮ ਅਲਫਾਬੈਟ, ਡਿਜਿਟ ਜਾਂ ਅੰਡਰਸਕੋਰ ਤਿੰਨਾਂ ਤੋਂ ਮਿਲਾ ਕੇ ਬਣ ਸਕਦਾ। ਜਿੱਥੇ ਨਾ ਮੈਂ ਐਕਸ ਰੱਖਿਆ ਤੇ ਕੁਝ ਹੋਰ ਵੀ ਰੱਖ ਸਕਦੀ ਇਹਨਾਂ ਤਿੰਨਾਂ ਦੇ ਕੰਬੀਨੇਸ਼ਨ ਨਾਲ, ਬਟ ਨਾਮ ਤੁਹਾਡਾ ਨੰਬਰ ਤੋਂ ਸ਼ੁਰੂ ਨਹੀਂ ਹੋਵੇਗਾ। ਨਾਮ ਦੇ ਵਿੱਚ ਬਲੈਂਕ ਸਪੇਸ ਅਲਾਉਡ ਨਹੀਂ ਹੈ। ਅੱਪਰ ਕੇਸ ਤੇ ਲੋਅਰ ਕੇਸ ਦੇ ਨਾਮਸ ਨੂੰ ਅਲੱਗ-ਅਲੱਗ ਮੰਨਿਆ ਜਾਂਦਾ। ਫੋਰ ਐਗਜ਼ਾਮਪਲ, ਨੀਚੇ ਜੇਕਰ ਮੈਂ ਇੱਕ ਵੇਰੀਏਬਲ ਡਿਕਲੇਅਰ ਕੀਤਾ ਇੰਟ ਰੋਲ ਨੰਬਰ ਇਕੁਅਲਸ ਟੂ 5, ਰੋਲ ਤੇ ਨੰਬਰ ਵਿੱਚ ਮੈਂ ਸਪੇਸ ਨਹੀਂ ਪਾ ਸਕਦੀ। ਜੇਕਰ ਤੁਹਾਨੂੰ ਰੋਲ ਤੇ ਨੰਬਰ ਨੂੰ ਅਲੱਗ-ਅਲੱਗ ਕਰਨ ਦੀ ਜ਼ਰੂਰਤ ਹੈ ਤਾਂ ਤੁਸੀਂ ਉਸ ਜਗ੍ਹਾ ਤੇ ਅੰਡਰਸਕੋਰ ਯੂਜ਼ ਕਰੋਗੇ। ਨੈਕਸਟ ਐਗਜ਼ਾਮਪਲ, ਕਿ ਇੱਕ ਵਾਰ ਜੇਕਰ ਮੈਂ ਇੰਟ ਐਕਸ ਸਮਾਲ ਲੈਟਰਸ ਦੇ ਵਿੱਚ ਲਵਾਂ ਤੇ ਇੱਕ ਵਾਰ ਇੰਟ ਐਕਸ ਜੇਕਰ ਅਸੀਂ ਕੈਪੀਟਲ ਲੈਟਰਸ ਦੇ ਵਿੱਚ ਲਈਏ, ਮੀਨਸ ਸਮਾਲ ਤੇ ਕੈਪੀਟਲ ਲੈਟਰਸ ਦੇ ਵਿੱਚ ਤੁਸੀਂ ਐਕਸ ਡਿਕਲੇਅਰ ਕੀਤਾ, ਤਾਂ ਇਹਨਾਂ ਦੋਨਾਂ ਐਕਸ ਨੂੰ ਕੰਪਾਈਲਰ ਅਲੱਗ-ਅਲੱਗ ਮੰਨੂਗਾ, ਸੇਮ ਉਹ ਨਹੀਂ ਲਊਗਾ। ਵੇਰੀਏਬਲਸ ਤੋਂ ਬਾਅਦ ਸਾਡਾ ਨੈਕਸਟ ਟੌਪਿਕ ਦੈਟ ਇਜ਼ ਬੈਕਸਲੈਸ਼ ਕਰੈਕਟਰਸ। ਬੈਕਸਲੈਸ਼ ਕਰੈਕਟਰਸ ਕੀ ਨੇ? ਬੈਕਸਲੈਸ਼ ਕਰੈਕਟਰ ਮੀਨਸ ਕੌਨਸਟੈਂਟ ਹੈਵਿੰਗ ਬੈਕਸਲੈਸ਼, ਆਹ ਵਾਲੀ ਬੈਕਸਲੈਸ਼ ਇਨ ਫਰੰਟ। ਉਹ ਕੌਨਸਟੈਂਟ ਜਿਨ੍ਹਾਂ ਦੇ ਅੱਗੇ ਆਹ ਵਾਲੀ ਬੈਕਸਲੈਸ਼ ਲੱਗੀ ਹੁੰਦੀ ਹੈ, ਉਹਨਾਂ ਨੂੰ ਅਸੀਂ ਬੈਕਸਲੈਸ਼ ਕਰੈਕਟਰਸ ਬੋਲਦੇ ਹੈਗੇ। ਇਹਨਾਂ ਨੂੰ ਅਸਕੇਪ ਸੀਕੁਐਂਸ ਵੀ ਬੋਲਿਆ ਜਾਂਦਾ ਗਾ, ਆਲਸੋ ਕਾਲਡ ਅਸਕੇਪ ਸੀਕੁਐਂਸ। ਤਾਂ ਇਹ ਜਿਹੜੇ ਕਰੈਕਟਰਸ ਨੇ, ਬੈਕਸਲੈਸ਼ ਕਰੈਕਟਰਸ ਨੇ, ਇਹਨਾਂ ਦਾ ਇੱਕ ਸਪੈਸੀਫਿਕ ਮੀਨਿੰਗ ਹੁੰਦਾ ਜਿਹੜਾ ਕਿ ਕੰਪਾਈਲਰ ਨੂੰ ਆਲਰੇਡੀ ਪਤਾ ਇਹਨਾਂ ਦਾ ਮੀਨਿੰਗ। ਜਿਵੇਂ ਫੋਰ ਐਗਜ਼ਾਮਪਲ /t ਦਾ ਮੀਨਿੰਗ ਟੈਬ, ਕਿ ਜਦੋਂ ਤੁਸੀਂ ਕੋਈ ਵਰਡਸ ਲਿਖ ਰਹੇ ਹੋਗੇ, ਤੁਸੀਂ ਹੈਲੋ ਤੇ ਹਾਈ ਦੇ ਵਿੱਚ ਜੇਕਰ ਟੈਬ ਪਾ ਰਹੇ ਹੋ, /t ਪਾ ਕੇ ਲਿਖਿਆ, ਤਾਂ ਜਦੋਂ ਤੁਹਾਡੇ ਕੋਲ ਆਊਟਪੁੱਟ ਸ਼ੋ ਹੋਏਗੀ ਉਸ ਸਮੇਂ ਹੈਲੋ ਤੇ ਸਪੇਸ ਛੱਡ ਕੇ ਹਾਈ ਲਿਖਿਆ ਹੋਊਗਾ, ਮੀਨਿੰਗ ਉਹ ਇੰਨੀ ਕੁ ਸਪੇਸ ਵਿੱਚ ਛੱਡ ਦੂਗਾ ਕੰਪਾਈਲਰ। /n ਮੀਨਸ ਨਿਊ ਲਾਈਨ, ਜੇਕਰ ਅਸੀਂ ਇੱਥੇ /n ਪਾਉਂਦੇ ਤਾਂ ਹੈਲੋ ਇੱਕ ਲਾਈਨ ਦੇ ਵਿੱਚ, ਹਾਈ ਨੈਕਸਟ ਲਾਈਨ ਦੇ ਵਿੱਚ ਆਉਣਾ ਸੀ। ਇੱਦਾਂ ਨਲ ਕਰੈਕਟਰ, ਹੋਰ ਬਹੁਤ ਸਾਰੇ ਕਰੈਕਟਰਸ ਨੇ।
ਤਾਂ बैकस्लैश करैक्टर्स वो करैक्टर्स जिन्हों का एक स्पैसीफिक मीनिंग है, जिन्हों के अगे बैकस्लैश आ रही है, उन्होंने असीं बैकस्लैश करैक्टर्स बोलते हैं। नैक्सट इंपॉर्टेंट टॉपिक दैट इज़ डाटा टाइप। सी लैंगुएज दे विच डाटा टाइप की हुंदी है? तो डाटा टाइप मीनस वट टाइप ऑफ वैल्यू अ वेरीएबल कैन होल्ड। तुहाडे वेरीएबल्स किहो जी वैल्यू स्टोर करवाउणगे, असीं उन्हां नूं डाटा टाइप बोलते हैं। फॉर एग्जाम्पल मेरा एक वेरीएबल है एक्स, कि मेरा एक्स वेरीएबल वैल्यू 10 स्टोर करवाएगा, या मेरा एक्स वेरीएबल वैल्यू 5.5 मतलब पॉइंट वाली वैल्यू स्टोर करवाएगा, कि मेरा वेरीएबल एक करैक्टर दी वैल्यू स्टोर करवाएगा। तो ये जिहड़ी साडी क्लीयर हो रही है गल डाटा टाइप, तो ही पता लगता सानू कि साडा वेरीएबल किद्दां दी वैल्यू स्टोर करवाऊगा, उसनूं असीं बोलदे हां डाटा टाइप्स। सी लैंगुएज दे विच बेसिक 3 डाटा टाइप मैं कवर कर रही हाँ, इंटीजर, फ्लोट ते थर्ड वन इज करैक्टर। इंटीजर मीनिंग वो डाटा टाइप जिहड़ी नंबर स्टोर करवाउंदी है बट बिना डेसीमल्स तो बिना पॉइंटां तो नंबर स्टोर करवा रही है। जिवें उपर एग्जाम्पल दे विच आपां 10 लिया तो 10 साडा एक इंटीजर हो सकता है। इस दे विच असीं डेसीमल मतलब पॉइंटां दे विच नंबर नहीं लैणेगे। कीवर्ड इंटीजर लैण लई तुसीं अगे की लिखोगे? इंट। जेकर इत्थे एक्स दे अगे मैं इंट लिख के कोई वैल्यू दे रही हूँ, दैट मीनस मेरा एक्स हमेशा ही नंबर स्टोर करवाऊ, तो नंबर वो बिना पॉइंटां तो सपोज करो 10 एम स्टोर करवाऊगा, ना कि पॉइंटां वाले नंबर 10.0 अलाउड नहीं है, एक गलत है। दैट मीनस तुसीं अगे लिखो इंट। नैक्सट टॉपिक मैमरी, कि वो मैमरी किन्नी लै रहा है। एक इंटीजर वेरीएबल बिना पॉइंटां वाला जिहड़ा असीं इंट लैके इंटीजर वेरीएबल बना रहे हैं, वो मैमरी दे विच 2 बाइट की जगह रोक लूगा। तो उन्हें मैमरी दे विच 2 बाइट की जिहड़ी जगह वो रोक के रख ली एक्स नाम ते, ते उहदे विच तुसीं जिहड़ी भी वैल्यू स्टोर करोगे, सपोज करो आप 10 कर रहे हैं, 100 कर रहे हैं, वो वैल्यू उत्थे तुहाडी स्टोर हो जूगी। नैक्सट मैमरी तो बाद इंपॉर्टेंट है उसकी रेंज। इंटीजर्स की रेंज 32,767 तो पॉजिटिव 32,767 सॉरी माइनस 32,768 तो पॉजिटिव 32,767 तक दी रेंज है। मीनिंग इस तो छोटी या इस तो बड़ी वैल्यू इंटीजर स्टोर नहीं करवाऊगा। जेकर इत्थे मैं इंट एक्स इक्वल्स टू 32,780 लिख रही हैं, दैट मीनस वो 780 नूं स्टोर नहीं करवा पाऊगा, क्योंकि ये वैल्यूज़ की रेंज तो बाहर जा रही है, क्योंकि पॉजिटिव वैल्यू सिर्फ इत्थों तक ही स्टोर करवा रहा है 67 तक। 67 तो अगली नंबर उसनूं नहीं पता। जेकर असीं इदां करदे भी हाँ कि सपोज करो मैं एक वेरीएबल लै रही हैगी इंट एक्स, तो एक्स वेरीएबल की मेरे दी वैल्यू 32,767 है। बाद दे विच मैं एक्स दे विच एक प्लस किया तो वह कितनी बन जूगी 32,768, बट इंटीजर दे रूल अकॉर्डिंग 32,768 अलाउड नहीं है, इस करके वो उस वैल्यू किधर लै जाएगा नैगेटिव। तो इसका आंसर तुहानूं लिखिया आऊगा जो तुसीं आंसर चैक करोगे 32,768 नैगेटिव दे, वो उन्ना ही वैल्यू नूं नैगेटिव दे विच लैके जाना शुरू कर देगा। नैक्सट इंपॉर्टेंट बेटा, जेकर तुसीं एक इंटीजर वेरीएबल लै रहे हो तो उसनूं प्रिंट करवाना चाहुंदे हो, जिवें इत्थे मैं कह रही कि प्रिंट करवा के देख लो। प्रिंट करवाउण दे लई जिहड़ा भी मैथड आप प्रिंट एफ का यूज़ कर रहे हो उस दे विच तुसीं एक इंटीजर नंबर दे लई परसेंटेज डी यूज़ करोगे, तो उस समय आप परसेंटेज डी पा के वैल्यू नूं प्रिंट करते हैं। नैक्सट डाटा टाइप दैट इज़ फ्लोट। फ्लोट भी नंबर ही स्टोर करवा सकती है, बट डेसिमल पॉइंट्स वाले नंबर स्टोर करवा सकती है जिन्होंने पॉइंट अलाउड है, जिवें 6.7 15.5 2.0 कि तुसी प्राइस एक बुक की कीमत स्टोर करवानी है। एक वेरीएबल लेना कॉस्ट जिस विच बुक की कीमत स्टोर करवानी है, तो कीमत अपने पॉइंटां दे विच भी हो सकती है, इस करके उस वेरीएबल नूं तुसीं किहड़े डाटा टाइप का बना के चलो फ्लोट डाटा टाइप। फ्लोट बनाने के लिए कीवर्ड लिखोगे अगे फ्लोट, स्मॉल लैटर्स दे विच फ्लोट लिखो, मैमरी की जगह 4 बाइट से लै रहा तो प्रिंट एफ करवाने के लिए परसेंटेज एफ यूज़ करोगे। नैक्सट करैक्टर, थर्ड डाटा टाइप करैक्टर है। एक सिंगल करैक्टर इन सिंगल कोटेशनस असीं करैक्टर बोलते हैं, जिवें सिंगल कोमे विच ए लिखिया, सिंगल कोमे विच 5 या सिंगल कोमे दे विच तुसीं क्वेश्चन मार्क दे रहे हो, उसनूं असीं करैक्टर बोलांगे। नैक्सट कुछ इनवैलिड एग्जाम्पल्स लिखे हैं जिहड़े गलत ने, कि ये करैक्टर डबल कोटेशन दे विच ए नहीं, ये स्ट्रिंग है, कि ए अलाउड है नहीं,
ਇਹ ਵੀ ਸਟ੍ਰਿੰਗ ਹੈ ਕਿਉਂਕਿ ਸਟ੍ਰਿੰਗ ਬਣ ਰਹੀ ਹੈ ਡਬਲ ਕੋਟੇਸ਼ਨਸ ਦੇ ਵਿੱਚ, ਇੱਥੇ ਵੀ ਡਬਲ ਕੋਟੇਸ਼ਨਸ ਦੇ ਵਿੱਚ ਸਟ੍ਰਿੰਗ ਬਣ ਰਹੀ ਹੈ। ਜੇਕਰ ਮੈਂ ਸਿੰਗਲ ਕੋਮਿਆਂ ਦੇ ਵਿੱਚ A6 ਲਿਖ ਰਹੀ ਹਾਂ, ਕੀ ਇਹ ਅਲਾਊਡ ਹੈ? ਗਲਤ ਹੈ, ਕਿਉਂਕਿ ਸਿੰਗਲ ਕੋਮਿਆਂ ਦੇ ਵਿੱਚ ਸਿੰਗਲ ਹੀ ਵੈਲਿਊ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਉਸਨੂੰ ਕੀ ਬੋਲਦੇ ਹਾਂ? ਕਰੈਕਟਰ। ਕੀਵਰਡ ਇਸ ਦੇ ਲਈ ਕੈਰ ਹੈ, ਤੁਸੀਂ ਪਹਿਲਾਂ ਕੈਰ ਲਿਖੋਗੇ ਇਸਨੂੰ ਲੈਣ ਦੇ ਲਈ। ਜਿਵੇਂ ਇੱਥੇ ਆਪਾਂ ਫਲੋਟ ਲਿਖ ਰਹੇ ਹਾਂ, ਤੁਸੀਂ ਇਸ ਐਗਜ਼ਾਮਪਲ ਦੇ ਵਿੱਚ ਕੈਰ ਲਿਖੋਗੇ, ਕਰੈਕਟਰ ਨਹੀਂ ਲਿਖਣਾ, ਸਮਾਲ ਲੈਟਰਸ ਦੇ ਵਿੱਚ ਕੈਰ। ਮੈਮਰੀ ਦੇ ਵਿੱਚ ਇਹ 1 ਬਾਈਟ ਦੀ ਜਗ੍ਹਾ ਲੈਂਦਾ ਗਾ ਤੇ ਇਸ ਦੀ ਰੇਂਜ -128 ਤੋਂ 127 ਤੱਕ ਰੇਂਜ ਹੈ ਤੇ ਉਸਨੂੰ ਪ੍ਰਿੰਟ ਕਰਵਾਉਣ ਲਈ ਤੁਸੀਂ %C ਨੂੰ ਯੂਜ਼ ਕਰੋਗੇ। ਨੈਕਸਟ 2 ਪ੍ਰੋਗਰਾਮ ਦੇ ਐਗਜ਼ਾਮਪਲਸ ਦਿਖਾਉਣ ਜਾ ਰਹੇ ਹਾਂ ਜਿਸ ਤੁਹਾਨੂੰ ਈਜ਼ੀ ਹੋ ਜਾਊਗਾ। ਫਸਟ ਪ੍ਰੋਗਰਾਮ ਜਿਸ ਦੇ ਵਿੱਚ ਕਿ ਅਸੀਂ ਸਿਰਫ ਹੈਲੋ ਹਾਈ ਜਾਂ ਤੁਹਾਡਾ ਨਾਮ ਹੀ ਪ੍ਰਿੰਟ ਕਰਕੇ ਦਿਖਾਉਣਾ, ਤਾਂ ਉਹ ਪ੍ਰਿੰਟ ਕਰਨ ਦੇ ਲਈ ਤੁਸੀਂ ਲਓਗੇ #include conio.h #include stdio.h। ਇਹ 2 ਹੈਡਰ ਫਾਈਲਸ ਮੈਂ ਲਗਾ ਰਹੀ ਹਾਂ। ਇਸ ਤੋਂ ਇਲਾਵਾ ਜਿੰਨੇ ਵੀ ਤੁਸੀਂ ਨੀਚੇ ਫੰਕਸ਼ਨਸ ਯੂਜ਼ ਕਰ ਰਹੇ ਹੋ ਉਸ ਦੇ ਅਕੋਰਡਿੰਗ ਹੈਡਰ ਫਾਈਲਸ ਇੱਥੇ ਐਡ ਹੁੰਦੀਆਂ, ਜਿਵੇਂ ਕਿ ਹੈਡਰ ਫਾਈਲ conio.h ਦੀ ਫੁੱਲ ਫਾਰਮ ਹੈ console input output .h means header file। stdio ਦੀ ਫੁੱਲ ਫਾਰਮ standard input output ਮੀਨਿੰਗ ਕਿ ਇਹਨਾਂ ਦੋਨੋਂ ਹੈਡਰ ਫਾਈਲਸ ਦੇ ਵਿੱਚ ਇਨਪੁਟ ਆਊਟਪੁੱਟ ਨਾਲ ਰਿਲੇਟਡ ਤੁਹਾਡੇ ਫੰਕਸ਼ਨਸ ਸਟੋਰ ਨੇ, ਉਹਨਾਂ ਦੀ ਡੈਫੀਨੇਸ਼ਨ ਸਟੋਰ ਹੈ। ਜਿੱਦਾਂ ਇੱਥੇ ਐਗਜ਼ਾਮਪਲ ਦੇ ਵਿੱਚ ਮੈਂ ਨੀਚੇ ਪ੍ਰਿੰਟਫ ਫੰਕਸ਼ਨ ਯੂਜ਼ ਕੀਤਾ, ਜੇਕਰ ਮੈਂ ਪ੍ਰਿੰਟਫ ਫੰਕਸ਼ਨ ਯੂਜ਼ ਕਰ ਰਹੀ ਹਾਂ ਤਾਂ ਮੈਨੂੰ ਉਸ ਦੀ ਹੈਡਰ ਫਾਈਲ ਜਿਹੜੀ ਕਿ stdio.h ਹੈ ਉਹ ਉੱਪਰ ਇੰਕਲੂਡ ਕਰਨੀ ਹੀ ਪਵੇਗੀ। ਇਸੇ ਤਰ੍ਹਾਂ ਇੱਕ ਨੀਚੇ ਫੰਕਸ਼ਨ getch ਯੂਜ਼ ਕੀਤਾ ਤਾਂ getch ਫੰਕਸ਼ਨ ਨੂੰ ਯੂਜ਼ ਕਰਨ ਦੇ ਲਈ ਮੈਨੂੰ ਉਸਦੀ ਹੈਡਰ ਫਾਈਲ conio.h ਯੂਜ਼ ਕਰਨੀ ਹੀ ਪਵੇਗੀ। ਤਾਂ ਦੋਨੋਂ ਹੈਡਰ ਫਾਈਲ ਲਗਾਉਣ ਤੋਂ ਬਾਅਦ ਵਾਈਡ ਮੇਨ ਫੰਕਸ਼ਨ ਸ਼ੁਰੂ ਕੀਤਾ ਆਪਾਂ, ਸਮਾਲ ਲੈਟਰਸ ਦੇ ਵਿੱਚ ਹੀ ਸਾਰੇ ਸਪੈਲਿੰਗਸ ਲਿਖ ਰਹੇ ਹਾਂ, ਪਿੱਛੇ ਗੋਲ ਬ੍ਰੈਕਟ ਦੈਨ ਕਰਲੀ ਬ੍ਰੇਸ ਸ਼ੁਰੂ ਕਰਕੇ ਜਿਹੜਾ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ, ਇੱਕ ਸਟੇਟਮੈਂਟ 2 ਜਾਂ 100 ਜਿੰਨੀ ਵੀ ਹੈ ਉਹ ਸਾਰੀਆਂ ਤੁਸੀਂ ਇੱਥੇ ਲਿਖਣਾ ਸ਼ੁਰੂ ਕਰੋਗੇ। ਜਿੱਦਾਂ ਐਗਜ਼ਾਮਪਲ ਦੇ ਵਿੱਚ ਲਿਖਿਆ ਪ੍ਰਿੰਟਫ ਗੋਲ ਬ੍ਰੈਕਟ ਸ਼ੁਰੂ ਕਰਕੇ ਡਬਲ ਕੋਟੇਸ਼ਨਸ ਦੇ ਵਿੱਚ ਹੈਲੋ ਤੁਹਾਡਾ ਨਾਮ ਜਾਂ ਕੁਝ ਵੀ, ਹੈਲੋ ਹਾਊ ਆਰ ਯੂ, ਪਿੱਛੇ ਸੈਮੀਕੋਲਨ getch ਸੈਮੀਕੋਲਨ ਕਰਲੀ ਬ੍ਰੇਸ ਬੰਦ। ਤੁਹਾਡਾ ਇੱਕ ਕੰਪਲੀਟ ਇੱਕ ਪ੍ਰੋਗਰਾਮ ਹੈ ਜਿਸ ਦੀ ਹੈਲਪ ਨਾਲ ਅਸੀਂ ਤੁਹਾਡਾ ਨਾਮ ਜਾਂ ਕੋਈ ਵੀ ਮੈਸੇਜ ਪ੍ਰਿੰਟ ਕਰ ਸਕਦੇ ਹਾਂ। ਪ੍ਰਿੰਟਫ ਹੈਲੋ ਦੀ ਜਗ੍ਹਾ ਤੁਸੀਂ 2 ਲਾਈਨਸ 3 ਲਾਈਨਸ 4 ਲਾਈਨਸ ਵੀ ਲਿਖ ਸਕਦੇ ਹੋ, ਉਨੇ ਵਾਰ ਹੀ ਤੁਹਾਡਾ ਹੈਲੋ ਹਾਈ ਲਿਖਿਆ ਆ ਜਾਏਗਾ। ਹੁਣ ਇੰਪੋਰਟੈਂਟ ਚੀਜ਼ ਬੇਟਾ ਜਿਹੜੀ ਯਾਦ ਕਰਨ ਵਾਲੀ ਹੈ ਜਾਂ ਨੋਟ ਕਰਿਓ, ਮੈਂ ਇਸ ਐਗਜ਼ਾਮਪਲ ਦੇ ਵਿੱਚ ਜਿਹੜਾ getch ਫੰਕਸ਼ਨ ਯੂਜ਼ ਕੀਤਾ, ਹਾਲਾਂਕਿ getch ਫੰਕਸ਼ਨ ਇੱਕ ਕਰੈਕਟਰ ਦੀ ਇਨਪੁਟ ਲੈਣ ਦਾ ਫੰਕਸ਼ਨ ਹੈ, ਬਟ ਜ਼ਿਆਦਾਤਰ ਇਹਨੂੰ ਆਪਾਂ ਲਾਸਟ 'ਤੇ ਜਦੋਂ ਲਗਾ ਲੈਂਦੇ ਹਾਂ, ਨੈਕਸਟ ਟਾਈਮ ਤੋਂ ਮੈਂ ਲਗਾਉਂਗੀ ਨਹੀਂ, ਬਟ ਪ੍ਰੈਕਟੀਕਲ ਕਰਨ ਸਮੇਂ ਤੁਸੀਂ ਜਦੋਂ ਲਗਾਉਂਦੇ ਹੋ ਉਸਦਾ ਰੀਜ਼ਨ ਹੈ ਕਿ getch ਫੰਕਸ਼ਨ ਇੱਕ ਕਰੈਕਟਰ ਦੀ ਉਹਨਾਂ ਟਾਈਮ ਵੇਟ ਕਰਦਾ, ਉਹ ਇੰਨਾ ਟਾਈਮ ਵੇਟ ਕਰੀ ਜਾਓ ਜਿੰਨਾ ਟਾਈਮ ਤੁਸੀਂ ਕੀਬੋਰਡ ਤੋਂ ਪ੍ਰੈਸ ਕੁਛ ਨਹੀਂ ਕਰ ਰਹੇ, ਯਾਨੀ ਕਿ ਉਹਨਾਂ ਟਾਈਮ ਤੁਹਾਨੂੰ ਸਕਰੀਨ 'ਤੇ ਆਨਸਰ ਦਿਖਾਈ ਜਾਊਗਾ। ਅਤੇ ਪ੍ਰੈਕਟੀਕਲ ਜਦੋਂ ਆਪਾਂ ਕਰਾਂਗੇ ਜ਼ਿਆਦਾ ਬੈਟਰ ਸਮਝ ਦੇ ਵਿੱਚ ਆਊਗਾ। ਹੁਣ ਇੰਪੋਰਟੈਂਟ ਲਾਈਨ ਕਿ ਪ੍ਰਿੰਟਫ ਹੈਲੋ ਇੱਕ ਲਾਈਨ ਲਿਖਣੀ ਜ਼ਰੂਰੀ ਨਹੀਂ, ਤੁਸੀਂ ਇੱਥੇ ਇੱਕ ਹੋਰ ਵੀ ਲਾਈਨ ਜਿੱਦਾਂ 2 ਵਾਰ ਹੋਰ ਇੱਥੇ ਪ੍ਰਿੰਟਫ ਹਾਈ ਪ੍ਰਿੰਟਫ ਪਾਈ ਕੁਛ ਲਿਖ ਸਕਦੇ ਹੋ। ਜਿਵੇਂ ਮੈਂ ਨੀਚੇ ਲਿਖ ਕੇ ਦਿਖਾ ਰਹੀ ਹਾਂ, ਮੈਂ ਇੱਥੇ ਲਿਖਿਆ ਪ੍ਰਿੰਟਫ ਹੈਲੋ ਇੱਕ ਲਾਈਨ, ਫਿਰ ਪ੍ਰਿੰਟਫ ਹਾਈ 2 ਲਾਈਨ। ਜਦੋਂ ਇਸ ਪ੍ਰੋਗਰਾਮ ਨੂੰ ਰਨ ਕਰਾਂਗੇ ਤਾਂ ਆਨਸਰ ਲਿਖਿਆ ਆਊਗਾ ਹੈਲੋ ਹਾਈ, ਨਾਲ ਹੀ ਆਏਗਾ, ਇੱਥੇ ਸਪੇਸ ਜਾਂ ਲਾਈਨ ਚੇਂਜ ਨਹੀਂ ਹੋਊਗੀ ਜਿੰਨਾ ਟਾਈਮ ਆਪਾਂ ਇਹਨਾਂ ਪ੍ਰਿੰਟਫ ਦੇ ਵਿੱਚ /n ਨੂੰ ਯੂਜ਼ ਨਹੀਂ ਕਰਦੇ। ਜੇਕਰ ਮੈਂ ਲਾਈਨ ਚੇਂਜ ਕਰਨਾ ਚਾਹੁੰਦੀ ਹਾਂ ਤਾਂ ਇਸ ਤੋਂ ਬਾਅਦ ਮੀਨਸ ਆ ਡਬਲ ਕੋਟੇਸ਼ਨਸ ਬੰਦ ਕਰਨ ਤੋਂ ਬਾਅਦ ਜਾਂ ਆ ਡਬਲ ਕੋਟੇਸ਼ਨਸ ਤੋਂ ਪਹਿਲਾਂ ਇੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਲਾਈਨ ਚੇਂਜ ਕਰਨ ਦੀ ਲੋੜ ਹੈ ਤਾਂ ਉੱਥੇ ਮੈਂ /n ਜਾਂ /t ਪਾ ਸਕਦੀ ਹਾਂ। ਲਾਈਨ ਚੇਂਜ ਕਰਨੀ ਹੈ ਤਾਂ /n, ਥੋੜ੍ਹੀ ਜਿਹੀ ਸਪੇਸ ਛੱਡਣੀ ਹੈ ਤਾਂ /t। ਤਾਂ ਇੱਦਾਂ ਕਿ ਇੱਥੇ ਗੋਲ ਬ੍ਰੈਕਟ ਦੇ ਵਿੱਚ ਜਿੱਥੇ ਅਸੀਂ ਪ੍ਰਿੰਟਫ ਹੈਲੋ ਲਿਖ ਰਹੇ ਹਾਂ ਉੱਥੇ ਤੁਸੀਂ /n ਪਾ ਕੇ ਜੇਕਰ ਡਬਲ ਕੋਮੇ ਬੰਦ ਕਰਦੇ ਹੋ ਤਾਂ ਤੁਹਾਡੀ ਲਾਈਨ ਦੇ ਵਿੱਚ ਉਨੀ ਮਤਲਬ ਤੁਹਾਡੀ ਉਹ ਜਿਹੜੀ ਹੈ ਹੈਲੋ ਲਿਖਣ ਤੋਂ ਬਾਅਦ ਲਾਈਨ ਚੇਂਜ ਕਰ ਲਵੇਗਾ। ਨੈਕਸਟ ਪ੍ਰੋਗਰਾਮ ਜਿਹਦੇ ਵਿੱਚ ਕਿ ਅਸੀਂ ਹੈਲੋ ਹਾਈ ਪ੍ਰਿੰਟ ਨਾ ਕਰਕੇ ਵੇਰੀਏਬਲਸ ਲੈ ਕੇ ਵੇਰੀਏਬਲਸ ਦੀ ਵੈਲਿਊ ਪ੍ਰਿੰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਡੀਆਂ ਹੈਡਰ ਫਾਈਲ ਲਗਾਉਣ ਤੋਂ ਬਾਅਦ ਮੇਨ ਫੰਕਸ਼ਨ ਦੇ ਅੱਗੇ ਵਾਇਡ ਪਾਉਣ ਦਾ ਰੀਜ਼ਨ ਕਿ ਤੁਹਾਡਾ ਮੇਨ ਕੋਈ ਵੀ ਵੈਲਿਊ ਰਿਟਰਨ ਨਹੀਂ ਕਰੂਗਾ। ਨੈਕਸਟ
एक वेरीएबल लिया इंटीजर टाइप का, किमें लेना उसका मैथड, उसकी डाटा टाइप पाओ इंट, उसका नाम x इक्वल्स टू पा के उसकी वैल्यू 5 सैमीकोलन। फिर एक फ्लोट वेरीएबल लिया, नाम उसका रखा y 5.5 उसकी वैल्यू। दैन नैक्सट करैक्टर वेरीएबल z इक्वल्स टू करैक्टर लिया, करैक्टर लैन के लिए उसकी सिंगल कोटेशनस दे विच वैल्यू देनी पैंदी है, सिंपल ए नहीं लिख सकते। तीन असीं वेरीएबल लै ले, अलग अलग डाटा टाइप के वेरीएबल लए ने, तिन्ने तुसीं नोट रखियो, ਸਮੋਲ ਲੈਟਰਸ ਦੇ ਵਿੱਚ ਡਾਟਾ ਟਾਈਪ ਪਾਉਣੀ ਹੈ। ਫਿਰ ਉਹਨਾਂ ਨੂੰ ਪ੍ਰਿੰਟ ਆਫ ਕਰਵਾਉਣ ਦੇ ਲਈ ਜਿੱਥੇ ਇੱਕ ਨਾਰਮਲ ਮੈਸੇਜ ਨੂੰ ਅਸੀਂ ਸਿੰਪਲ ਡਬਲ ਕੋਟੇਸ਼ਨਸ ਦੇ ਵਿੱਚ ਹੈਲੋ ਲਿਖ ਕੇ ਪ੍ਰਿੰਟ ਕਰਵਾਤਾ, ਉੱਥੇ ਜੇਕਰ ਤੁਸੀਂ ਵੇਰੀਏਬਲ ਪ੍ਰਿੰਟ ਕਰ ਰਹੇ ਹੋ ਉਸ ਸਮੇਂ ਜੇਕਰ ਇੰਟੀਜ਼ਰ ਵੇਰੀਏਬਲ ਹੈ, ਜਿਵੇਂ ਉੱਪਰ ਇੰਟੀਜ਼ਰ ਵੇਰੀਏਬਲ ਹੈ ਤਾਂ ਅਸੀਂ ਲਿਖਾਂਗੇ ਪ੍ਰਿੰਟ ਆਫ ਡਬਲ ਕੋਟੇਸ਼ਨਸ ਦੇ ਵਿੱਚ %d ਕੋਮਾ ਤੁਹਾਡੇ ਵੇਰੀਏਬਲ ਦਾ ਨਾਮ x। ਜੇ ਫਲੋਟ ਹੈ ਤਾਂ %f, ਕਰੈਕਟਰ ਹੈ ਤਾਂ %c। I hope you understand.